1927 ਸੀ, ਲਾਹੌਰ शहर ਸੀ। ਉੱਥੇ ਲਾਠੀਚਾਰਜ ਹੋ ਰਿਹਾ ਸੀ ਕੁਝ ਲੋਕਾਂ ਤੇ। ਉਸ ਦਾ ਕਾਰਨ ਸੀ ਸਾਈਮਨ ਕਮਿਸ਼ਨ ਦਾ ਪੰਜਾਬ ਵਿੱਚ ਆਉਣਾ ਜਾਂ ਭਾਰਤ ਵਿੱਚ ਆਉਣਾ। ਉਸੇ ਲਾਠੀਚਾਰਜ ਦੇ ਵਿੱਚ ਇੱਕ ਨੇਤਾ ਜ਼ਖਮੀ ਹੋ ਜਾਂਦਾ ਹੈ ਤੇ ਕੁਝ ਇਤਿਹਾਸਕਾਰਾਂ ਅਨੁਸਾਰ ਕੁਝ ਦਿਨਾਂ ਬਾਅਦ ਉਸ ਲਾਠੀਚਾਰਜ ਦੀ ਅਗਵਾਈ ਕਰਨ ਵਾਲੇ ਲੀਡਰ ਦੀ ਮੌਤ ਹੋ ਜਾਂਦੀ ਹੈ। ਉਸ ਦੀ ਮੌਤ ਦੇ ਰੋਸ ਦੇ ਵਿੱਚ ਕੁਝ ਨੌਜਵਾਨ ਇੱਕ ਅੰਗਰੇਜ਼ ਅਫਸਰ ਸਾਂਡਰਸ ਨੂੰ ਗੋਲੀ ਮਾਰ ਦਿੰਦੇ ਆ। ਕਹਿੰਦੇ ਤਾਂ ਹਨ ਕਿ ਉਹਨਾਂ ਨੇ ਗੋਲੀ ਮਾਰਨੀ ਸੀ ਸਕਾਟ ਨੂੰ, ਪਰ ਭੁਲੇਖੇ ਨਾਲ ਸਾਂਡਰਸ ਮਾਰਿਆ ਜਾਂਦਾ ਹੈ। ਕੁਝ ਟਾਈਮ ਬਾਅਦ ਉਹੀ ਨੌਜਵਾਨ ਅਸੈਂਬਲੀ ਦੇ ਵਿੱਚ ਬੰਬ ਸੁੱਟਦੇ ਹਨ ਤੇ ਇਸ ਗੱਲ ਦੀ ਚਰਚਾ ਪੂਰੇ ਭਾਰਤ ਦੇ ਵਿੱਚ ਹੁੰਦੀ ਹੈ। ਕ੍ਰਾਂਤੀਕਾਰੀਆਂ ਦਾ ਜ਼ੋਰ ਸੀ। ਅੱਜ ਦੇ ਦਿਨ ਉਸੇ ਬੰਬ ਸੁੱਟਣ ਵਾਲੇ ਨੌਜਵਾਨ ਭਗਤ ਸਿੰਘ ਦਾ ਜਨਮ ਹੁੰਦਾ ਹੈ ਤੇ ਜਿਸ ਸਾਈਮਨ ਕਮਿਸ਼ਨ ਦਾ ਉਹ ਵਿਰੋਧ ਕਰ ਰਹੇ ਸਨ, ਜਿਸ ਕਰਕੇ ਲਾਠੀਚਾਰਜ ਹੋਈ, ਸਾਂਡਰਸ ਮਾਰਿਆ ਗਿਆ, ਭਗਤ ਸਿੰਘ ਨੂੰ ਫਾਂਸੀ ਹੋਈ, ਉਸ ਸਾਈਮਨ ਕਮਿਸ਼ਨ ਦੀ ਆਪਾਂ ਚਰਚਾ ਕਰਾਂਗੇ। ਕੀ ਸੀ ਉਹਦੇ ਅਰਥ ਤੇ ਭਾਰਤੀਆਂ ਨੂੰ ਅੱਜ ਤੱਕ ਉਹਦੇ ਬਾਰੇ ਕਿੰਨੀ ਕੁ ਜਾਣਕਾਰੀ ਹੈ, ਭਾਰਤ ਦੇ ਆਉਣ ਵਾਲੇ ਫਿਊਚਰ ਦੇ ਵਿੱਚ ਉਸ ਕਮਿਸ਼ਨ ਦਾ ਕੀ ਅਸਰ ਪਿਆ, ਅਤੇ ਉਸ ਟਾਈਮ ਦੇ ਵਿੱਚ ਜਦੋਂ ਲਾਲਾ ਲਾਜਪਤ ਰਾਏ, ਨਹਿਰੂ ਵਰਗੇ ਲੀਡਰ ਉਸ ਦਾ ਵਿਰੋਧ ਕਰ ਰਹੇ ਸੀ ਤਾਂ ਉਸ ਟਾਈਮ ਸਾਈਮਨ ਕਮਿਸ਼ਨ ਦਾ ਸਹਿਯੋਗ ਕੌਣ ਕਰ ਰਿਹਾ ਸੀ। ਇਹਨਾਂ ਸਾਰੀਆਂ ਚੀਜ਼ਾਂ ਤੇ ਆਪਾਂ ਚਰਚਾ ਕਰਾਂਗੇ ਤੇ ਅੱਜ ਦੇਖਾਂਗੇ ਕਿ ਸਾਨੂੰ ਸਾਡੇ ਇਤਿਹਾਸ ਦੇ ਵਿੱਚ ਕੀ ਦੱਸਿਆ ਗਿਆ ਤੇ ਕੀ ਲੁਕੋਇਆ ਗਿਆ। 1919 ਵਿੱਚ ਮੈਟਾਂਗੂ ਚੈਸਫੋਰਡ ਦੀ ਸ਼ੁਰੂਆਤ ਹੁੰਦੀ ਹੈ, ਜਿਸ ਦਾ ਅਰਥ ਸੀ ਭਾਰਤ ਦੇ ਰਾਜਾਂ ਦਾ ਆਪਣੇ ਉੱਤੇ ਰਾਜ ਕਰਨ ਵਾਸਤੇ। ਇਹਨੂੰ ਭਾਰਤੀ ਸੰਵਿਧਾਨ ਐਕਟ ਵੀ ਕਿਹਾ ਜਾਂਦਾ ਹੈ। ਇਸ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਕਿ ਭਾਰਤੀਆਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਇਸ ਦੇ ਸੁਧਾਰਾਂ ਦੇ ਵਜੋਂ ਲਾਗੂ ਕੀਤਾ ਜਾਊਗਾ, ਪਰ ਉਸ ਕੰਮ ਵਾਸਤੇ ਉਹਨਾਂ ਨੇ 10 ਸਾਲਾਂ ਦਾ ਟਾਈਮ ਮੰਗਿਆ। 10 ਸਾਲਾਂ ਤੋਂ ਪਹਿਲਾਂ ਹੀ 1927 ਦੇ ਵਿੱਚ ਸਾਈਮਨ ਕਮਿਸ਼ਨ ਨਾਂ ਦਾ ਬਰਤਾਨੀਆ ਵਿੱਚੋਂ ਭਾਰਤ ਆਉਂਦਾ ਹੈ। ਉਸ ਦਾ ਜਿਹੜਾ ਮੁੱਖ ਮਕਸਦ ਸੀ, ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ ਭਾਰਤੀ ਸੰਵਿਧਾਨ ਐਕਟ ਦਾ ਜਿਹੜਾ ਪ੍ਰਭਾਵ ਪਿਆ ਸੀ ਲੋਕਾਂ ਦੇ ਉੱਪਰ, ਉਹਦਾ ਨਿਰੀਖਣ ਕਰਨ ਤੇ ਉਹਦੇ ਵਿੱਚ ਹੋਣ ਵਾਲੇ ਜਿਹੜੇ ਸੁਧਾਰ ਆ ਉਹਨਾਂ ਤੇ ਚਰਚਾ ਕਰਨ। ਭਾਰਤ ਦੇ ਲੋਕ ਉਸ ਦਾ ਵਿਰੋਧ ਕਰਦੇ ਆ ਕਿਉਂਕਿ ਉਸ ਦਾ ਮੁੱਖ ਕਾਰਨ ਇਹ ਹੁੰਦਾ ਜਿਹੜਾ ਇਤਿਹਾਸ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ 7 ਮੈਂਬਰ ਉਸ ਸਾਈਮਨ ਕਮਿਸ਼ਨ ਦੇ ਵਿੱਚ ਆਏ, ਉਹ ਸੱਤੇ ਦੇ ਸੱਤੇ ਬਰਤਾਨਵੀ ਸੀ, ਉਹਨਾਂ ਦੇ ਵਿੱਚ ਕੋਈ ਵੀ ਇੰਡੀਅਨ ਨਹੀਂ ਸੀ। ਤੇ ਭਾਰਤੀ ਲੋਕਾਂ ਦਾ ਕਹਿਣਾ ਸੀ ਕਿ ਮੁੱਠੀ ਭਰ ਅੰਗਰੇਜ਼ਾਂ ਕੋਲੇ ਭਾਰਤ ਦੇ ਲੋਕਾਂ ਦਾ ਫਿਊਚਰ ਤੈਅ ਕਰਨ ਦਾ ਕੋਈ ਅਧਿਕਾਰ ਨਹੀਂ। ਜਗ੍ਹਾ ਜਗ੍ਹਾ ਤੇ ਪ੍ਰਦਰਸ਼ਨ ਹੁੰਦੇ ਆ। ਕਾਂਗਰਸ ਪਾਰਟੀ ਨੇ 1927 ਵਿੱਚ ਆਪਣੇ ਮਦਰਾਸ ਦੇ ਸੈਸ਼ਨ ਵਿੱਚ ਇਸ ਦਾ ਵਿਰੋਧ ਸ਼ੁਰੂ ਕੀਤਾ, ਜੋ ਉੱਥੋਂ ਸ਼ੁਰੂ ਹੋ ਕੇ ਪੂਰੇ ਭਾਰਤ ਵਿੱਚ ਫੈਲ ਗਿਆ। ਇਸ ਦੇ ਵਿੱਚ ਜਿਨਾਹ ਦੀ ਪਾਰਟੀ ਮੁਸਲਿਮ ਲੀਗ ਨੇ ਵੀ ਇਸ ਦਾ ਵਿਰੋਧ ਸ਼ੁਰੂ ਕੀਤਾ, ਪਰ ਇਸ ਤੋਂ ਇਲਾਵਾ ਦੱਖਣ ਦੀ ਜਸਟਿਸ ਪਾਰਟੀ ਤੇ ਮੁਹੰਮਦ ਸ਼ਫੀ ਦੇ ਕੁਝ ਮੈਂਬਰਾਂ ਨੇ ਜਦੋਂ ਇਹ ਕਮਿਸ਼ਨ ਭਾਰਤ ਆਇਆ ਤਾਂ ਇਸ ਨੂੰ ਕਾਲੇ ਝੰਡੇ ਵਿਖਾਏ ਗਏ, ਪਰ ਇਸ ਤੇ ਅੰਗਰੇਜ਼ ਸਰਕਾਰ ਵੀ ਬਹੁਤ ਸਖਤ ਰਹੀ। ਉਹਨਾਂ ਨੇ ਨਹਿਰੂ ਵਰਗੇ ਵੱਡੇ ਲੀਡਰ ਨੂੰ ਨਹੀਂ ਬਖਸ਼ਿਆ ਤੇ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਸਾਈਮਨ ਕਮਿਸ਼ਨ ਦਾ ਵਿਰੋਧ ਲਾਹੌਰ ਵਿੱਚ ਹੋ ਰਿਹਾ ਸੀ। ਜਿੱਥੇ ਇਸ ਕਮਿਸ਼ਨ ਦਾ ਵਿਰੋਧ ਹੋ ਰਿਹਾ ਸੀ, ਉੱਥੇ ਡਾਕਟਰ ਭੀਮ ਰਾਓ ਅੰਬੇਦਕਰ ਨੇ ਬੰਬੇ ਵਿੱਚ ਦਬਲੇ ਕੁਚਲੇ ਲੋਕਾਂ ਨੂੰ, ਜਿਨ੍ਹਾਂ ਨੂੰ ਪਿਛੜੇ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਆਗੂ ਕਹਾਉਂਦੇ ਸਨ ਡਾਕਟਰ ਭੀਮ ਰਾਓ ਅੰਬੇਦਕਰ, ਉਹਨਾਂ ਨੇ ਦੇਸ਼ ਦੇ ਹਾਲਾਤਾਂ ਦੀ ਰਿਪੋਰਟ ਬੰਬੇ ਵਿੱਚ ਸਾਈਮਨ ਕਮਿਸ਼ਨ ਨੂੰ ਸੌਂਪੀ ਅਤੇ ਇਸ ਨੂੰ ਸਮਰਥਨ ਦਿੱਤਾ। ਇਸ ਕਮਿਸ਼ਨ ਨੇ 1930 ਵਿੱਚ ਆਪਦੀ ਪਹਿਲੀ ਰਿਪੋਰਟ ਛਾਪੀ ਅਤੇ ਇਸ ਵਿੱਚ ਇਸਨੇ ਭਾਰਤੀਆਂ ਨਾਲ ਵਾਅਦਾ ਕੀਤਾ ਕਿ ਉਹ ਭਾਰਤੀਆਂ ਦੀ ਰਾਏ ਨੂੰ ਇਸ ਵਿੱਚ ਸ਼ਾਮਲ ਕਰੇਗਾ। ਇਸ ਵਿੱਚ ਪ੍ਰਾਂਤਾਂ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਗਈ। ਇਸ ਕਮਿਸ਼ਨ ਨੇ ਭਾਰਤ ਵਿੱਚ ਪ੍ਰਾਂਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸਰਕਾਰਾਂ ਬਣਾਉਣ ਦੀ ਹਦਾਇਤ ਭਾਰਤ ਵਿੱਚ ਲਾਗੂ ਕੀਤੀ ਅਤੇ ਅੰਗਰੇਜ਼ੀ ਸਰਕਾਰ ਜਾਂ ਦੋਹਰੀ ਸਰਕਾਰ ਦਾ ਦਖਲ ਪ੍ਰਾਂਤਾਂ ਦੇ ਵਿੱਚ ਖਤਮ ਕਰਨ ਦੀ ਗੱਲ ਕਹੀ। ਇਸੇ ਕਮਿਸ਼ਨ ਨੇ ਭਾਰਤੀ ਸੰਵਿਧਾਨ ਐਕਟ 1935 ਦੀ ਅਗਵਾਈ ਕੀਤੀ ਤੇ ਅੱਜ ਦੇ ਸੰਵਿਧਾਨ ਦੇ ਬਹੁਤ ਸਾਰੇ ਪਹਿਲੂਆਂ ਦਾ ਆਧਾਰ ਇਹੀ ਕਮਿਸ਼ਨ। 1937 ਵਿੱਚ ਇਲੈਕਸ਼ਨ ਵੀ ਇਸੇ ਕਮਿਸ਼ਨ ਦੇ ਆਧਾਰ ਤੇ ਹੋਇਆ, ਪ੍ਰਾਂਤਾਂ ਵਿੱਚ ਸਰਕਾਰਾਂ ਬਣੀਆਂ। ਇਸੇ ਕਮਿਸ਼ਨ ਦੇ ਵਿੱਚ ਭਾਰਤ ਨੂੰ ਸਵੈ ਰਾਜ ਘੋਸ਼ਿਤ ਕਰਨ ਦੀ ਗੱਲ ਕਹੀ ਗਈ, ਜਿਸ ਦੇ ਆਧਾਰ ਤੇ 1947 ਵਿੱਚ ਅੰਗਰੇਜ਼ ਦੇਸ਼ ਤੋਂ ਬਾਹਰ ਚਲੇ ਗਏ। ਇਸ ਵਿੱਚ ਇੱਕ ਹੋਰ ਦਿਲਚਸਪ ਗੱਲ ਹੈ ਕਿ ਇਸ ਕਮਿਸ਼ਨ ਦੇ ਮੈਂਬਰਾਂ ਵਿੱਚੋਂ ਇੱਕ ਮੈਂਬਰ ਕਲੈਮੈਂਟ ਹੈਂਟਲੀ, ਜੋ ਭਵਿੱਖ ਵਿੱਚ ਭਾਰਤ ਨੂੰ ਸਵੈ ਘੋਸ਼ਿਤ ਕਰਨ ਦੇ ਵਿੱਚ ਚੰਗਾ ਬੰਦਾ ਸਾਬਿਤ ਹੋਇਆ, ਉਹ ਇਸ